ਮੇਰਾ ਨਾਮ ਨੇਹਾ ਹੈ। ਅਸੀਂ ਮੱਧ ਵਰਗ ਪਰਿਵਾਰ ਦੇ ਮਾਪੇ ਵੀ ਅਜੀਬ ਸੋਚ ਰੱਖਦੇ ਹਾਂ। ਮੇਰੇ ਮਾਤਾ ਪਿਤਾ ਸੋਚਦੇ ਸਨ ਕਿ ਜੇ ਮੈਂ ਵਿਆਹ ਕਰਾ ਕੇ ਇਕੱਲੇ ਘਰ ਵਿੱਚ ਜਾਵਾਂਗੀ ਤਾਂ ਉੱਥੇ ਰਾਜ ਕਰਾਂਗੇ। ਮੇਰੇ ਸਹੁਰੇ ਘਰ ਵਿੱਚ ਨਾ ਤਾਂ ਨਣਦਾਂ ਸੀ ਤੇ ਨਾ ਹੀ ਸੱਸ ਤੇ ਸਹੁਰੇ, ਪਰ ਮੈਂ ਕਹਾਂਗੀ ਕਿ ਜੇ ਨੂੰਹ ਸਮਝੇ ਤਾਂ ਸੱਸ ਤੇ ਸਹੁਰਾ ਮਾਂ-ਬਾਪ ਵਾਂਗ ਹੁੰਦੇ ਹਨ। ਪਰ ਜਿਹੜੀਆਂ ਨੂੰਹਾਂ ਸੱਸ ਅਤੇ ਸਹੁਰੇ ਨੂੰ ਆਪਣੇ ਮਾਂ-ਬਾਪ ਤਰ੍ਹਾਂ ਨਹੀਂ ਸਮਝਦੀਆਂ, ਉਹਨਾਂ ਦੀਆਂ ਆਪਣੀਆਂ ਵੀ ਕੋਈ ਨਾ ਕੋਈ ਮਜਬੂਰੀਆਂ ਜ਼ਰੂਰ ਹੁੰਦੀਆਂ ਹਨ। ਮੇਰੀ ਸੋਚ ਤਾਂ ਇਹ ਸੀ ਕਿ ਜਿੱਥੇ ਮੇਰਾ ਵਿਆਹ ਹੋਵੇ ਉਸ ਘਰ ਵਿੱਚ ਪੂਰਾ ਪਰਿਵਾਰ ਹੋਵੇ, ਪਰ ਸੱਸ ਸਹੁਰੇ ਦੀ ਸੇਵਾ ਕਰਨਾ ਸ਼ਾਇਦ ਮੇਰੀ ਕਿਸਮਤ ਵਿੱਚ ਨਹੀਂ ਸੀ। ਪਰ ਮੇਰੇ ਮਾਤਾ ਪਿਤਾ ਇਸ ਗੱਲ 'ਤੇ ਵੀ ਖੁਸ਼ ਸਨ। ਕਹਿੰਦੇ ਸਨ ਕਿ ਅਮੀਰ ਲੜਕਾ ਹੈ, ਸਾਡੀ ਬੇਟੀ ਨੂੰ ਹਮੇਸ਼ਾ ਖੁਸ਼ ਰੱਖੇਗਾ। ਉਹ ਮੁੰਡਾ ਤਾਂ ਕੀ ਸੀ, ਉਹ ਤਾਂ ਇੱਕ 40 ਸਾਲਾਂ ਦਾ ਆਦਮੀ ਸੀ ਅਤੇ ਇੱਕ ਪੁੱਤਰ ਦਾ ਪਿਤਾ ਵੀ ਸੀ। ਉਸ ਦਾ ਨਾਮ ਵਿਨੋਦ ਸਿੰਘਾਨੀਆ ਸੀ। ਉਹ ਆਪਣੇ 15 ਸਾਲ ਦੇ ਬੇਟੇ ਲਈ ਸ਼ਾਇਦ ਇੱਕ ਨਰਸ ਦੇ ਰੂਪ ਵਿੱਚ ਪਤਨੀ ਲੱਭ ਰਿਹਾ ਸੀ। ਪਰ ਮੇਰੇ ਮਾਂ-ਬਾਪ ਨੇ ਇਹ ਗੱਲਾਂ ਕਿੱਥੇ ਸਮਝੀਆਂ। ਵੱਡਾ ਘਰ ਦੇਖਿਆ ਤੇ ਉਸ ਘਰ ਵਿੱਚ ਮੇਰਾ ਵਿਆਹ ਕਰਵਾ ਦਿੱਤਾ। ਉਹ ਸੋਚਦੇ ਸਨ ਕਿ ਸਾਡੀ ਧੀ ਨੂੰ ਇਸ ਘਰ ਵਿੱਚ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ। ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਖੁਸ਼ੀ ਦੇਖਣਾ ਚਾਹੁੰਦੇ ਹਨ। ਮੇਰੇ ਮਾਤਾ ਪਿਤਾ ਨੇ ਵੀ ਅਜਿਹਾ ਹੀ ਕੀਤਾ ਅਤੇ ਮੈਂ ਵੀ ਉਹਨਾਂ ਦੀ ਪਸੰਦ ਅਨੁਸਾਰ ਵਿਆਹ ਕਰਵਾ ਲਿਆ, ਕਿਉਂਕਿ ਮੈਨੂੰ ਪਤਾ ਸੀ ਕਿ ਚੰਗੀਆਂ ਧੀਆਂ ਕਦੇ ਕੁਝ ਨਹੀਂ ਕਰਦੀਆਂ। ਉਹ ਆਪਣੀ ਖੁਸ਼ੀ ਆਪਣੇ ਮਾਪਿਆਂ ਦੀ ਸਹਿਮਤੀ ਵਿੱਚ ਹੀ ਲੱਭਦੀਆਂ ਹਨ। ਅੱਜ ਮੇਰੇ ਵਿਆਹ ਦਾ ਦਿਨ ਸੀ। ਨਾ ਕੋਈ ਧੂਮ-ਧਾਮ ਅਤੇ ਨਾ ਹੀ ਕੋਈ ਢੋਲ ਧਮੱਕਾ ਸੀ, ਕਿਉਂਕਿ ਸਿੰਘਾਨੀਆ ਸਾਹਿਬ ਦੀ ਮੰਗ ਸੀ ਕਿ ਵਿਆਹ ਬਹੁਤ ਸਾਦਾ ਹੋਣਾ ਚਾਹੀਦਾ ਹੈ। ਉਸ ਨੂੰ ਰੌਲਾ ਬਿਲਕੁਲ ਵੀ ਪਸੰਦ ਨਹੀਂ ਸੀ। ਸ਼ਾਇਦ ਉਹ 12 ਸਾਲ ਪਹਿਲਾਂ ਮਰਨ ਵਾਲੀ ਆਪਣੀ ਪਹਿਲੀ ਪਤਨੀ ਦੇ ਜ਼ਖਮਾਂ ਤੋਂ ਆਪਣੀ ਜਾਨ ਨਾ ਬਚਾ ਸਕੀ। ਜਦੋਂ ਮੈਂ ਸਿੰਘਾਨੀਆ ਸਾਹਿਬ ਦੀ ਪਤਨੀ ਬਣ ਕੇ ਇਸ ਮਹਿਲ ਵਿੱਚ ਆਈ ਤਾਂ ਇੱਥੇ ਵੀ ਚੁੱਪ ਛਾਈ ਹੋਈ ਸੀ। ਇਹ ਇੱਕ ਅਜੀਬ ਵਿਆਹ ਸੀ। ਨਾ ਮੈਨੂੰ ਲੈਣ ਨਣਦਾਂ ਆਈਆਂ, ਨਾ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ। ਸੱਚ ਦੱਸਾਂ, ਮੈਂ ਇਹਨਾਂ ਰਿਸ਼ਤਿਆਂ ਲਈ ਤਰਸਦਾ ਸੀ, ਕਿਉਂਕਿ ਮੈਂ ਜਾਣਦੀ ਹਾਂ ਕਿ ਪਿਆਰ ਨਾਲ ਰਿਸ਼ਤਾ ਬਣਾਉਣਾ ਵੀ ਇੱਕ ਵੱਖਰੀ ਯਾਤਰਾ ਹੁੰਦੀ ਹੈ। ਉਸ ਦੀ ਮੰਜ਼ਿਲ ਸਦਾ ਖੁਸ਼ੀਆਂ ਨਾਲ ਭਰੀ ਹੁੰਦੀ ਹੈ। ਸ਼ਾਮ ਦਾ ਵੇਲਾ ਸੀ। ਵਿਆਹ ਤੋਂ ਬਾਅਦ ਮੈਂ ਸਿੰਘਾਨੀਆ ਸਾਹਿਬ ਦੀ ਵੱਡੀ ਕਾਰ ਵਿੱਚ ਬੈਠ ਕੇ ਸਾਹਿਬ ਦੇ ਘਰ ਆ ਗਈ। ਵਿਆਹ ਦਾ ਦਿਨ ਸੀ, ਪਰ ਉਹ ਇੰਨਾ ਰੁੱਝੇ ਹੋਏ ਸਨ ਕਿ ਉਹਨਾਂ ਨੇ ਮੈਨੂੰ ਘਰ ਦੇ ਬਾਹਰ ਹੀ ਉਤਾਰ ਦਿੱਤਾ ਅਤੇ ਕਿਹਾ ਕਿ ਤੁਸੀਂ ਅੰਦਰ ਚਲੇ ਜਾਓ, ਮੈਨੂੰ ਕੁਝ ਜ਼ਰੂਰੀ ਕੰਮ ਹੈ। ਜਦੋਂ ਤੁਸੀਂ ਦਰਵਾਜ਼ਾ ਖੋਲ੍ਹੋਗੇ ਤਾਂ ਸ਼ਾਲੂ ਤੁਹਾਨੂੰ ਲੈ ਜਾਵੇਗੀ। ਮੈਂ ਸੋਚਿਆ, ਪਤਾ ਨਹੀਂ ਇਹ ਸ਼ਾਲੂ ਕੌਣ ਹੈ, ਕਿਉਂਕਿ ਇਸ ਘਰ ਵਿੱਚ ਕੋਈ ਔਰਤਾਂ ਨਹੀਂ ਰਹਿੰਦੀਆਂ ਸਨ। ਮੈਂ ਹੌਲੀ-ਹੌਲੀ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਤੁਹਾਡੀ ਨੌਕਰਾਣੀ ਹੈ। ਉਸ ਨੇ ਬੜੇ ਮਾਣ ਨਾਲ ਕਿਹਾ ਤੇ ਕਾਰ ਸਟਾਰਟ ਕਰਕੇ ਚਲੇ ਗਈ। ਮੈਂ ਉਹਨਾਂ ਵੱਲ ਦੇਖਦੀ ਹੀ ਰਹਿ ਗਈ। ਘਰ ਦੇ ਦਰਵਾਜ਼ੇ 'ਤੇ ਖੜੀ ਮੈਂ ਸੋਚ ਰਹੀ ਸੀ ਕਿ ਦਰਵਾਜ਼ਾ ਖੜਕਾਏ ਬਿਨਾਂ ਹੀ ਦਰਵਾਜ਼ਾ ਖੁੱਲ੍ਹ ਗਿਆ। ਇੱਕ ਸੁੰਦਰ 20 ਸਾਲ ਦੀ ਮੁਟਿਆਰ ਨੇ ਦਰਵਾਜ਼ਾ ਖੋਲ੍ਹਿਆ। ਉਹ ਬਹੁਤ ਸੋਹਣੀ ਸੀ। ਉਸ ਦੀ ਖੂਬਸੂਰਤੀ ਦੇਖ ਕੇ ਮੈਂ ਵੀ ਪਲ ਭਰ ਲਈ ਡਰ ਗਈ। ਮੈਂ ਉਸ ਕੁੜੀ ਨੂੰ ਦੇਖਦੀ ਹੀ ਰਹਿ ਗਈ। ਉਸ ਕੁੜੀ ਨੂੰ ਦੇਖ ਕੇ ਮੈਂ ਸੋਚਣ ਲੱਗੀ ਕਿ ਜੇਕਰ ਅਜੀ ਕਾਤਲ ਹੁਸਨ ਸਿੰਘਾਨੀਆ ਸਾਹਿਬ ਦੇ ਘਰ ਪਹਿਲਾਂ ਹੀ ਮੌਜੂਦ ਸੀ ਤਾਂ ਉਸ ਨੇ ਮੇਰੇ ਨਾਲ ਵਿਆਹ ਕਰਵਾਉਣ ਦੀ ਕੀ ਲੋੜ ਸੀ। ਪਰ ਮਰਦ ਪਤਨੀਆਂ ਪਰਿਵਾਰਕ ਅਤੇ ਮਹਿਬੂਬਾਂ ਖੂਬਸੂਰਤ ਤਲਾਸ਼ ਕਰਦੇ ਹਨ। ਖੈਰ, ਹੁਣ ਇਹਨਾਂ ਸੋਚਣਾ ਦਾ ਕੋਈ ਫਾਇਦਾ ਨਹੀਂ ਸੀ। ਇਹ ਔਰਤਾਂ ਆਪਣੀਆਂ ਨਜ਼ਰਾਂ ਤੋਂ ਬਹੁਤ ਤਿੱਖੀ ਤੇ ਚਲਾਕ ਲੱਗ ਰਹੀ ਸੀ। ਅਗਲੇ ਹੀ ਪਲ ਮੈਂ ਦੂਰੋਂ ਚੀਕਾਂ ਸੁਣੀਆਂ। ਮੈਂ ਹੈਰਾਨ ਰਹਿ ਗਈ। ਸ਼ੁਰੂ ਤੋਂ ਹੀ ਕੁਝ ਅਜਿਹਾ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਤਾਂ ਮੇਰੇ ਕੰਨ ਖੜੇ ਹੋ ਗਏ ਜਦੋਂ ਸ਼ਾਲੂ ਨੇ ਦੇਖਿਆ ਕਿ ਮੈਂ ਕਮਰੇ 'ਚੋਂ ਆ ਰਹੀਆਂ ਚੀਕਾਂ ਵੱਲ ਧਿਆਨ ਦੇ ਰਹੀ ਹਾਂ ਤਾਂ ਉਹ ਮੈਨੂੰ ਉੱਚੀ-ਉੱਚੀ ਬੁਲਾਉਣ ਲੱਗੀ। ਜਾਣ ਬੁੱਝ ਕੇ ਉਹ ਮੇਰਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੇਰਾ ਧਿਆਨ ਸਿਰਫ ਤੇ ਸਿਰਫ ਉਸ ਆਖਰੀ ਕਮਰੇ ਵਿੱਚੋਂ ਆ ਰਹੀਆਂ ਚੀਕਾਂ ਵੱਲ ਸੀ। ਜੋ ਉਹ ਚਾਹੁੰਦੀ ਸੀ ਕਿ ਮੈਂ ਉਹਨਾਂ ਚੀਕਾਂ ਨੂੰ ਹਰ ਪਹਿਲੂ ਤੋਂ ਨਜ਼ਰ ਅੰਦਾਜ਼ ਕਰਾਂ। ਖੈਰ, ਮੈਨੂੰ ਉਸ ਦਾ ਕਹਿਣਾ ਮੰਨਣਾ ਪਿਆ, ਕਿਉਂਕਿ ਇਹ ਮੇਰਾ ਇੱਥੇ ਪਹਿਲਾ ਦਿਨ ਸੀ। ਉਹ ਮੈਨੂੰ ਇੱਕ ਕਮਰੇ ਵਿੱਚ ਲੈ ਗਈ ਅਤੇ ਮੈਨੂੰ ਕਮਰੇ ਵਿੱਚ ਬਿਠਾ ਕੇ ਉਹ ਆਪ ਕਮਰੇ ਵਿੱਚੋਂ ਬਾਹਰ ਚਲੀ ਗਈ। ਜਦੋਂ ਉਹ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਚੀਕਾਂ ਦੀ ਆਵਾਜ਼ ਉੱਚੀ ਹੋ ਗਈ। ਮੈਂ ਸੋਚਦੀ ਰਹੀ ਕਿ ਇਹ ਇੱਕ ਅਜੀਬ ਘਰ ਹੈ। ਇੱਕ ਤਾਂ ਹਰ ਪਾਸੇ ਚੁੱਪ-ਚਾਪ ਹੈ
ਤੇ ਉੱਪਰੋਂ ਉਹ ਖਤਰਨਾਕ ਚੀਕਾਂ ਦੀਆਂ ਆਵਾਜ਼ਾਂ। ਖੈਰ, ਮੈਂ ਆਪਣੇ ਪਤੀ ਵਿਨੋਦ ਦੀ ਉਡੀਕ ਕਰਨ ਲੱਗੀ। ਰਾਤ ਦੇ 12 ਵੱਜ ਚੁੱਕੇ ਸਨ। ਬੈਠੇ ਬੈਠੇ ਮੇਰੀ ਪਿੱਠ ਅਕੜ ਗਈ ਪਰ ਵਿਨੋਦ ਨਹੀਂ ਆਏ। 1 ਵਜੇ ਜਦੋਂ ਮੇਰੀ ਅੱਖ ਲੱਗਣ ਹੀ ਵਾਲੀ ਸੀ ਤਾਂ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਉਹ ਅੰਦਰ ਆ ਗਏ। ਮੇਰੇ ਦਿਲ ਸ਼ਾਂਤ ਸੀ ਅਤੇ ਮੇਰੀਆਂ ਅੱਖਾਂ ਵਿੱਚ ਕੋਈ ਇੱਛਾ ਨਹੀਂ ਸੀ, ਕਿਉਂਕਿ ਮੈਂ ਆਪਣੇ ਮਾਪਿਆਂ ਦੀ ਖਾਤਰ ਇਹ ਵਿਆਹ ਕਰਵਾਇਆ ਸੀ। ਵਿਨੋਦ ਮੇਰੇ ਨੇੜੇ ਆ ਕੇ ਬੈਠ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਡਰ ਤੋਂ ਸਿਵਾਏ ਕੁਝ ਨਹੀਂ ਸੀ। ਸ਼ਾਇਦ ਉਸ ਨੇ ਵੀ ਇਸ ਉਮਰ ਵਿੱਚ ਇਹ ਵਿਆਹ ਆਪਣੇ ਜਜ਼ਬਾਤਾਂ ਨੂੰ ਵਧਾਉਣ ਲਈ ਨਹੀਂ ਕੀਤਾ ਸੀ, ਸਗੋਂ ਕਾਰਨ ਕੁਝ ਹੋਰ ਹੀ ਹੋਵੇਗਾ। ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਉਹਨੇ ਅਚਾਨਕ ਮੈਨੂੰ ਕਹਿ ਦਿੱਤਾ ਕਿ ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਤੇ ਨਾ ਹੀ ਮੈਂ ਤੇਰੇ ਨਾਲ ਝੂਠ ਵਾਅਦੇ ਕਰਾਂਗਾ। ਇਹ ਨਹੀਂ ਕਹਾਂਗਾ ਕਿ ਮੈਂ ਤੁਹਾਨੂੰ ਨਫ਼ਰਤ ਕਰਦਾ ਹਾਂ, ਪਰ ਮੇਰੇ ਤੋਂ ਬਹੁਤ ਜ਼ਿਆਦਾ ਉਮੀਦ ਵੀ ਨਾ ਰੱਖਿਓ। ਮੈਂ ਇਹ ਵਿਆਹ ਆਪਣੇ ਬੇਟੇ ਲਈ ਕੀਤਾ ਹੈ। ਮੇਰਾ ਬੇਟਾ ਅਜੀਬ ਆਦਤਾਂ ਦਾ ਸ਼ਿਕਾਰ ਹੈ ਤੇ ਤੁਸੀਂ ਪੜ੍ਹੇ ਲਿਖੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਉਸ ਨੂੰ ਸੰਭਾਲ ਸਕਦੇ ਹੋ। ਮੈਂ ਕਿਹਾ, ਕਿਉਂ ਨਹੀਂ, ਤੁਹਾਡਾ ਬੇਟਾ ਮੇਰੀ ਜ਼ਿੰਮੇਵਾਰੀ ਹੈ। ਮੈਂ ਉਸ ਨੂੰ ਪਹਿਲੀ ਵਾਰ ਜਵਾਬ ਦਿੱਤਾ। ਉਹ ਖੁਸ਼ ਹੋ ਕੇ ਕਹਿਣ ਲੱਗਾ, ਮੈਨੂੰ ਤੁਹਾਡੇ ਤੋਂ ਇਹੀ ਉਮੀਦ ਸੀ। ਨੇਹਾ, ਪੜ੍ਹੀਆਂ ਲਿਖੀਆਂ ਕੁੜੀਆਂ ਸੱਚਮੁੱਚ ਬਹੁਤ ਚੰਗੀਆਂ ਹੁੰਦੀਆਂ ਹਨ। ਮੇਰਾ ਬੇਟਾ ਅਜੀਬ ਆਦਤਾਂ ਦਾ ਸ਼ਿਕਾਰ ਹੈ। ਜਦੋਂ ਦੇਖੋ ਤਾਂ ਉਹ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰੇ 12 ਵਜੇ ਤੱਕ ਕਮਰੇ ਵਿੱਚ ਹੀ ਸੌਂਦਾ ਰਹਿੰਦਾ ਹੈ ਅਤੇ ਬਸ ਉਸ ਦੀ ਦੇਖਭਾਲ ਸ਼ਾਲੂ ਹੀ ਕਰਦੀ ਹੈ। ਸ਼ਾਲੂ ਸਾਡੀ ਪੁਰਾਣੀ ਨੌਕਰਾਨੀ ਹੈ। ਮੈਂ ਉਸ ਤੇ ਜ਼ਿਆਦਾ ਭਰੋਸਾ ਨਹੀਂ ਕਰ ਸਕਦਾ, ਇਸ ਲਈ ਮੈਂ ਆਪਣੇ ਪੁੱਤਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਹਵਾਲੇ ਕਰਨਾ ਚਾਹੁੰਦਾ ਹਾਂ। ਇਹ ਦੱਸ ਕੇ ਵਿਨੋਦ ਚੁੱਪ ਹੋ ਗਏ। ਮੇਰੇ ਮਨ ਵਿੱਚ ਸ਼ਾਲੂ ਦਾ ਚਿਹਰਾ ਘੁੰਮਣ ਲੱਗਾ। ਸ਼ਾਲੂ ਇਸ ਘਰ ਦੀ ਨੌਕਰਾਨੀ ਨਹੀਂ ਜਾਪਦੀ ਸੀ। ਉਸ ਦੇ ਉੱਚੇ ਲਹਿਜੇ ਤੋਂ ਲੱਗਦਾ ਸੀ ਜਿਵੇਂ ਉਹ ਘਰ ਦੀ ਮਾਲਕਣ ਹੋਵੇ। ਮੈਂ ਵਿਨੋਦ ਨੂੰ ਇਹੀ ਨਹੀਂ ਕਿਹਾ ਕਿਉਂਕਿ ਮੈਂ ਆਉਂਦਿਆਂ ਹੀ ਘਰ ਦੇ ਕੰਮਾਂ ਵਿੱਚ ਦਖਲ ਦੇਣਾ ਪਸੰਦ ਨਹੀਂ ਕਰਦੀ। ਮੈਂ ਚੁੱਪ ਰਹੀ। ਮੈਂ ਸੋਚਿਆ ਸੀ ਕਿ ਮੈਂ ਵਿਨੋਦ ਦੇ ਬੇਟੇ ਦਾ ਧਿਆਨ ਜ਼ਰੂਰ ਰੱਖਾਂਗੀ। ਵਿਨੋਦ ਉਸ ਨੂੰ ਬਹੁਤ ਪਿਆਰ ਕਰਦੇ ਹਨ। ਸ਼ਾਇਦ ਉਸ ਦਾ ਪਿਆਰ ਪਾਉਣ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਮੈਂ ਉਸ ਦੇ ਪੁੱਤਰ ਦੀ ਦੇਖਭਾਲ ਕਰਾਂ। ਹਾਲਾਂਕਿ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਪਤੀ ਘਰ ਨਹੀਂ ਹੁੰਦੇ ਸਨ। ਸਾਡਾ ਕਮਰਾ ਖਾਲੀ ਸੀ। ਮੈਂ ਬੇਦਿਲੀ ਨਾਲ ਉੱਠੀ। ਘਰ ਵਿੱਚ ਅਜੀਬ ਜਿਹੀ ਚੁੱਪ ਛਾਈ ਹੋਈ ਸੀ। ਮੈਂ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰ ਰਹੀ ਸੀ। ਮੇਰੇ ਅਜੇ ਮੰਜੇ ਤੋਂ ਉੱਠੀ ਵੀ ਨਹੀਂ ਸੀ ਕਿ ਦਰਵਾਜ਼ੇ ਖੜਕਿਆ ਅਤੇ ਅੰਦਰ ਆਉਣ ਲਈ ਪੁੱਛਿਆ। ਮੈਂ ਕਿਹਾ, ਆ ਜਾਓ। ਸ਼ਾਲੂ ਕਮਰੇ ਦੇ ਅੰਦਰ ਆ ਗਈ। ਸ਼ਾਲੂ ਦਾ ਚਿਹਰਾ ਨਿਰਾਸ਼ਾ ਨਾਲ ਭਰਿਆ ਹੋਇਆ ਸੀ ਅਤੇ ਉਹ ਮੈਨੂੰ ਕਹਿਣ ਲੱਗੀ, ਮੈਡਮ, ਤੁਸੀਂ ਕਮਰੇ ਵਿੱਚ ਨਾਸ਼ਤਾ ਕਰੋਗੇ ਜਾਂ ਮੈਂ ਇਸ ਨੂੰ ਮੇਜ਼ 'ਤੇ ਰੱਖ ਦੇਵਾਂ? ਮੈਂ ਕਿਹਾ, ਮੇਜ਼ 'ਤੇ ਰੱਖ ਦਿਓ। ਅਤੇ ਛੋਟੇ ਸਾਹਿਬ ਕਿੱਥੇ ਹਨ? ਜਦੋਂ ਮੈਂ ਉਸ ਨੂੰ ਵਿਨੋਦ ਦੇ ਲੜਕੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਛੋਟੇ ਸਾਹਿਬ ਸੋ ਰਹੇ ਹਨ। ਜਦੋਂ ਉਹ ਜਾਗਦੇ ਹਨ ਤਾਂ ਮੈਂ ਖੁਦ ਉਹਨਾਂ ਨੂੰ ਨਾਸ਼ਤਾ ਕਰਵਾ ਦੇਵਾਂਗੀ। ਸ਼ਾਲੂ ਦੇ ਲਹਿਜੇ ਵਿੱਚ ਅਜੀਬ ਜਿਹੀ ਜਿੱਦ ਸੀ, ਜਿਵੇਂ ਉਹ ਮੈਨੂੰ ਵਿਨੋਦ ਦੇ ਬੇਟੇ ਤੋਂ ਦੂਰ ਰੱਖਣਾ ਚਾਹੁੰਦੀ ਹੋਵੇ। ਮੈਂ ਕਿਹਾ, ਠੀਕ ਹੈ, ਤੁਸੀਂ ਨਾਸ਼ਤਾ ਕਰਵਾ ਦਿਓ, ਮੈਂ ਆ ਜਾਂਦੀ ਹਾਂ। ਥੋੜ੍ਹੀ ਦੇਰ ਬਾਅਦ ਮੈਂ ਨਹਾਉਣ ਲਈ ਬਾਥਰੂਮ ਚਲੀ ਗਈ। ਜਦੋਂ ਮੈਂ ਇਸ਼ਨਾਨ ਕਰਕੇ ਬਾਹਰ ਆਈ ਤਾਂ ਮੈਨੂੰ ਕਿਸੇ ਦੀ ਉੱਚਾ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਝੱਟ ਟਾਵਲ ਲੈ ਕੇ ਬਾਲ ਬੰਨ੍ਹ ਲਏ ਤੇ ਬਾਹਰ ਆ ਗਈ। ਫਿਰ ਇੱਕਦਮ ਆਵਾਜ਼ ਆਉਣੀ ਬੰਦ ਹੋ ਗਈ। ਸ਼ਾਇਦ ਸ਼ਾਲੂ ਕਿਸੇ ਨਾਲ ਗੱਲ ਕਰ ਰਹੀ ਸੀ। ਆਵਾਜ਼ ਸੁਣ ਕੇ ਜਦੋਂ ਮੈਂ ਰਸੋਈ ਵੱਲ ਆਈ ਤਾਂ ਦੇਖਿਆ ਕਿ ਇੱਕ 15 ਸਾਲ ਦਾ ਲੜਕਾ ਡਰ ਕੇ ਖੜਾ ਸੀ। ਸ਼ਾਲੂ ਉਸ ਬੱਚੇ ਨੂੰ ਹੁਕਮ ਸੁਣਾ ਰਹੀ ਸੀ। ਉਸ ਦੀ ਹਾਲਤ ਦੇਖ ਕੇ ਮੈਂ ਬਹੁਤ ਹੈਰਾਨ ਹੋਈ। ਮੁੰਡਾ ਵੀ ਡਰਿਆ ਨਜ਼ਰ ਆ ਰਿਹਾ ਸੀ। ਮੈਂ ਉਸ ਦੇ ਨੇੜੇ ਗਈ ਅਤੇ ਕਿਹਾ, ਗੁੱਡ ਮਾਰਨਿੰਗ ਬੇਟਾ, ਤੁਹਾਡਾ ਨਾਮ ਕੀ ਹੈ? ਉਸਨੇ ਕਿਹਾ, ਹਾਂ, ਮੇਰਾ ਨਾਮ ਹਿਤੇਸ਼ ਹੈ। ਉਸਨੇ ਡਰਦੇ ਹੋਏ ਜਵਾਬ ਦਿੱਤਾ, ਜਿਵੇਂ ਮੈਂ ਉਸ ਨੂੰ ਖਾ ਜਾਵਾਂਗੀ। ਮੈਂ ਕਿਹਾ, ਹਿਤੇਸ਼ ਬੇਟੇ, ਤੁਹਾਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ। ਹੁਣ ਮੈਂ ਆ ਗਈ ਹਾਂ। ਹੁਣ ਮੈਂ ਤੁਹਾਡਾ ਬਹੁਤ ਖਿਆਲ ਰੱਖਾਂਗੀ। ਮੈਂ ਉਸ ਦੇ ਢਿੱਡ ਨੂੰ ਥਪਥਪਾਉਂਦੇ ਹੋਏ ਕਿਹਾ। ਉਹ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗਾ, ਜਿਵੇਂ ਮੈਂ ਉਸ ਨੂੰ ਕੋਈ ਅਜੀਬ ਗੱਲ ਕਹੀ ਹੋਵੇ। ਉਸਨੇ ਕਿਹਾ, ਸੱਚਮੁੱਚ ਤੁਸੀਂ ਮੇਰੀ ਦੇਖਭਾਲ ਕਰੋਗੇ? ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ। ਮੈਂ ਕਿਹਾ, ਹਾਂ, ਕਿਉਂ ਨਹੀਂ, ਤੁਸੀਂ ਬਹੁਤ ਪਿਆਰੇ ਬੱਚੇ ਹੋ। ਮੈਂ ਹਰ ਗੱਲ
ਵਿੱਚ ਤੁਹਾਡਾ ਕਹਿਣਾ ਮੰਨਾਂਗੀ। ਮੈਂ ਉਸ ਵੱਲ ਪਿਆਰ ਨਾਲ ਦੇਖਣ ਲੱਗੀ। ਉਹ ਸੱਚਮੁੱਚ ਬਹੁਤ ਮਾਸੂਮ ਬੱਚਾ ਸੀ। ਫਿਰ ਸ਼ਾਲੂ ਦੇ ਨਾ ਚਾਹੁੰਦੇ ਹੋਏ ਵੀ ਅਸੀਂ ਮੇਜ਼ ਤੇ ਬੈਠ ਕੇ ਇਕੱਠੇ ਨਾਸ਼ਤਾ ਕੀਤਾ। ਉਹ ਮੇਰੇ ਨਾਲ ਗੱਲ ਕਰਨ ਨਾਲ ਬਹੁਤ ਹਲਕਾ ਲੱਗ ਰਿਹਾ ਸੀ, ਪਰ ਮੈਂ ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਿਤੇਸ਼ ਤੋਂ ਅੰਦਾਜ਼ਾ ਲਗਾ ਲਿਆ ਸੀ ਕਿ ਹਿਤੇਸ਼ ਦੀਆਂ ਇਹਨਾਂ ਹਰਕਤਾਂ ਪਿੱਛੇ ਸ਼ਾਲੂ ਦਾ ਹੱਥ ਜ਼ਰੂਰ ਸੀ, ਪਰ ਉਹ ਤੇਜ਼ ਔਰਤ ਅਤੇ ਫੜੀ ਨਹੀਂ ਗਈ। ਮੈਂ ਇਸ ਰਾਜ ਨੂੰ ਜਾਣਨਾ ਚਾਹੁੰਦੀ ਸੀ। ਮੈਂ ਹੌਲੀ ਹੌਲੀ ਹਿਤੇਸ਼ ਦੇ ਕਮਰੇ ਵਿੱਚ ਜਾਣ ਲੱਗੀ। ਮੈਂ ਹਮੇਸ਼ਾ ਇਹ ਜਾਂਚ ਕਰਦੀ ਰਹਿੰਦੀ ਸੀ ਕਿ ਜਿਵੇਂ ਹੀ ਮੈਂ ਕਮਰੇ ਵਿੱਚ ਜਾਂਦੀ ਸੀ, ਉਹ ਭੱਜ ਕੇ ਬੈੱਡ ਦੇ ਪਿੱਛੇ ਇਸ ਤਰ੍ਹਾਂ ਲੁਕ ਜਾਂਦਾ ਸੀ ਜਿਵੇਂ ਉਹਨਾਂ ਦਾ ਖਜ਼ਾਨਾ ਬੈੱਡ ਦੇ ਪਿੱਛੇ ਦੱਬਿਆ ਹੋਇਆ ਹੋਵੇ। ਮੈਂ ਇਸ ਗੱਲ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਨੋਟ ਕੀਤਾ ਸੀ, ਅਤੇ ਯਕੀਨਨ ਹਿਤੇਸ਼ ਦਾ ਕੋਈ ਨਾ ਕੋਈ ਰਾਜ਼ ਜ਼ਰੂਰ ਸੀ ਜੋ ਉਹ ਮੈਨੂੰ ਦੱਸਣਾ ਨਹੀਂ ਚਾਹੁੰਦਾ ਸੀ। ਖੈਰ, ਹੁਣ ਮੈਂ ਸ਼ਾਲੂ ਅਤੇ ਹਿਤੇਸ਼ ਦੇ ਨਜ਼ਰ ਰੱਖਣ ਲੱਗ ਪਈ ਸੀ। ਮੈਂ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਸੱਚ ਸਾਬਤ ਕਰਨਾ ਚਾਹੁੰਦੀ ਸੀ, ਤਾਂ ਕਿ ਸਿੰਘਾਨੀਆਂ ਸਾਹਿਬ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਦਿਨ ਬ ਦਿਨ ਮੈਨੂੰ ਅੰਦਾਜ਼ਾ ਹੋ ਰਿਹਾ ਸੀ ਕਿ ਸ਼ਾਲੂ ਦਾ ਰਵੱਈਆ ਮੇਰੇ ਨਾਲ ਸਖਤ ਹੁੰਦਾ ਜਾ ਰਿਹਾ ਸੀ। ਹੁਣ ਮੈਂ ਹਿਤੇਸ਼ ਦੇ ਸਾਹਮਣੇ ਰਹਿਣ ਦੀ ਕੋਸ਼ਿਸ਼ ਕਰਾਂਗੀ, ਅਤੇ ਉਹ ਮੇਰੇ ਸਾਹਮਣੇ ਕਿਉਂ। ਉਸਦੇ ਸਕੂਲ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ। ਸਕੂਲ ਆਉਣ ਜਾਣ ਦੀ ਕੋਈ ਲੋੜ ਨਹੀਂ ਸੀ। ਮੈਂ ਨੋਟ ਕੀਤਾ ਕਿ ਹਿਤੇਸ਼ ਮੇਰੇ ਆਉਣ ਨਾਲ ਖੁਸ਼ ਰਹਿਣ ਲੱਗਾ ਸੀ। ਉਸ ਦੀ ਜ਼ਿੰਦਗੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਸਿੰਘਾਨੀਆਂ ਸਾਹਿਬ ਵੀ ਇਸ ਤਰ੍ਹਾਂ ਤੋਂ ਬਹੁਤ ਖੁਸ਼ ਸਨ। ਪਰ ਇੱਕ ਦਿਨ ਮੈਨੂੰ ਆਪਣੇ ਪੇਕੇ ਘਰ ਜਾਣਾ ਪਿਆ। ਉਸ ਦਿਨ ਹਿਤੇਸ਼ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਸੀ। ਕਾਫੀ ਸਮੇਂ ਬਾਅਦ ਮੈਂ ਆਪਣੇ ਪੇਕੇ ਘਰ ਗਈ ਸੀ। ਉੱਥੋਂ 2-3 ਦਿਨਾਂ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਦੇਖਿਆ ਕਿ ਹਿਤੇਸ਼ ਦਾ ਚਿਹਰਾ ਬਹੁਤ ਉਦਾਸ ਸੀ। ਉਹ ਬਹੁਤ ਪਰੇਸ਼ਾਨ ਨਜ਼ਰ ਆ ਰਿਹਾ ਸੀ। ਮੈਂ ਉਸ ਨੂੰ ਕਈ ਵਾਰ ਪੁੱਛਿਆ ਕੀ ਗੱਲ ਹੈ, ਪਰ ਉਸਨੇ ਮੈਨੂੰ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਮੈਂ ਥੱਕੀ ਹੋਈ ਸੀ, ਇਸ ਲਈ ਮੈਂ ਆਪਣੇ ਕਮਰੇ ਵਿੱਚ ਗਈ ਅਤੇ ਆਰਾਮ ਕਰਨ ਲਈ ਲੇਟ ਗਈ। ਥੋੜੀ ਦੇਰ ਬਾਅਦ ਉੱਠੀ ਤਾਂ ਬਾਹਰ ਕੋਈ ਹਿਲਚੁਲ ਨਹੀਂ ਸੀ। ਅਜੀਬ ਜਿਹੀ ਚੁੱਪ ਸੀ। ਮੈਨੂੰ ਕੁਝ ਗਲਤ ਮਹਿਸੂਸ ਹੋਇਆ। ਮੈਂ ਝੱਟ ਹਿਤੇਸ਼ ਦੇ ਕਮਰੇ ਵੱਲ ਚਲੀ ਗਈ। ਇਹ ਸਭ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਅਤੇ ਬਹੁਤ ਗੁੱਸਾ ਵੀ ਆਇਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਇੱਕ 15 ਸਾਲ ਦੇ ਬੱਚੇ ਦੇ ਕਮਰੇ ਨੂੰ ਅੰਦਰੋਂ ਬੰਦ ਕਰਨ ਦਾ ਕੋਈ ਮਤਲਬ ਨਹੀਂ ਸੀ। ਮੈਂ ਹਰ ਪਾਸੇ ਧਿਆਨ ਨਾਲ ਦੇਖਿਆ ਤਾਂ ਹਿਤੇਸ਼ ਦੇ ਕਮਰੇ ਦੀ ਖਿੜਕੀ ਖੁੱਲੀ ਹੋਈ ਸੀ। ਕਮਰੇ ਦਾ ਨਜ਼ਾਰਾ ਖਿੜਕੀ ਦੇ ਅੰਦਰੋਂ ਸਾਫ਼ ਦੇਖਿਆ ਜਾ ਸਕਦਾ ਸੀ। ਉਸ ਸਮੇਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। ਜਦੋਂ ਸ਼ਾਲੂ ਹਿਤੇਸ਼ ਦੇ ਸਾਹਮਣੇ ਖੜੀ ਹੋ ਕੇ ਰੌਲਾ ਪਾ ਰਹੀ ਸੀ ਤਾਂ ਹਿਤੇਸ਼ ਘਬਰਾਹਟ ਵਿੱਚ ਸਿਰਹਾਣੇ ਕੋਲ ਬੈਠਾ ਸੀ। ਉਹਨਾਂ ਦੀ ਆਵਾਜ਼ ਬਾਹਰ ਵੀ ਨਹੀਂ ਆ ਰਹੀ ਸੀ, ਪਰ ਸ਼ਾਲੂ ਦਾ ਰਵੱਈਆ ਦੱਸ ਰਿਹਾ ਸੀ ਕਿ ਉਹ ਹਿਤੇਸ਼ ਨੂੰ ਬਹੁਤ ਗੁੱਸੇ ਸੀ। ਹਿਤੇਸ਼ ਉਸ ਦੇ ਸਾਹਮਣੇ ਡਰਿਆ ਹੋਇਆ ਖੜਾ ਸੀ। ਮੈਨੂੰ ਹਿਤੇਸ਼ ਦੇ ਵੀ ਗੁੱਸਾ ਆ ਰਿਹਾ ਸੀ ਕਿ ਮੁੰਡਾ ਹੋਣ ਦੇ ਨਾਤੇ ਉਹ ਇਸ ਨੌਕਰਾਨੀ ਦੇ ਸਾਹਮਣੇ ਇੰਨਾ ਬੇਵੱਸ ਕਿਉਂ ਹੈ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਦਰਵਾਜ਼ਾ ਖੜਕਾਉਣ ਲੱਗੀ। ਸ਼ਾਲੂ ਨੇ ਘਬਰਾ ਕੇ ਦਰਵਾਜ਼ਾ ਖੋਲ੍ਹਿਆ। ਉਸ ਦਾ ਚਿਹਰਾ ਮੈਨੂੰ ਦੇਖ ਕੇ ਉੱਡ ਗਿਆ ਸੀ, ਜਦੋਂ ਕਿ ਹਿਤੇਸ਼ ਬਹੁਤ ਰੋ ਰਿਹਾ ਸੀ। ਉਸ ਦੀ ਹਾਲਤ ਬਹੁਤ ਖਰਾਬ ਲੱਗ ਰਹੀ ਸੀ। ਉਸ ਦੇ ਹੱਥ ਕੰਬ ਰਹੇ ਸਨ। ਮੈਂ ਗੁੱਸੇ ਭਰੀ ਨਜ਼ਰ ਨਾਲ ਸ਼ਾਲੂ ਵੱਲ ਦੇਖਿਆ ਅਤੇ ਉਸ ਨੂੰ ਜਾਣ ਦਾ ਹੁਕਮ ਦਿੱਤਾ। ਫਿਰ ਮੈਂ ਹਿਤੇਸ਼ ਦੇ ਕਮਰੇ ਅੰਦਰ ਚਲੀ ਗਈ। ਮੈਂ ਦੇਖਿਆ ਕਿ ਹਿਤੇਸ਼ ਦੀਆਂ ਅੱਖਾਂ 'ਚ ਹੰਝੂ ਸਨ। ਉਹ ਬਹੁਤ ਪਰੇਸ਼ਾਨ ਨਜ਼ਰ ਆ ਰਿਹਾ ਸੀ। ਉਸ ਸਮੇਂ ਉਹ ਬਹੁਤ ਮਾਸੂਮ ਅਤੇ ਬੇਵੱਸ ਨਜ਼ਰ ਆ ਰਿਹਾ ਸੀ। ਮੈਂ ਕਿਹਾ, ਕੀ ਹੋਇਆ ਬੇਟਾ, ਤੂੰ ਇੰਨਾ ਪਰੇਸ਼ਾਨ ਕਿਉਂ ਹੈ? ਮੈਂ ਦੇਖਿਆ ਕਿ ਹਿਤੇਸ਼ ਦਾ ਦੂਜਾ ਹੱਥ ਸਿਰਹਾਣੇ 'ਤੇ ਸੀ। ਅਣਜਾਣੇ ਵਿੱਚ ਉਹ ਮੇਰੇ ਤੋਂ ਸਿਰਹਾਣਾ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੇ ਮਨ ਵਿੱਚ ਵਿਚਾਰ ਆ ਰਿਹਾ ਸੀ ਅਤੇ ਮੈਂ ਸੋਚਿਆ ਕਿ ਆਖਿਰ ਉਸ ਨੇ ਇਸ ਸਿਰਹਾਣੇ ਵਿੱਚ ਅਜਿਹਾ ਕੀ ਲੁਕੋਇਆ ਹੈ ਕਿ ਹਿਤੇਸ਼ ਕਿਸੇ ਨੂੰ ਸਿਰਹਾਣੇ ਨੇੜੇ ਵੀ ਨਹੀਂ ਆਉਣ ਦਿੰਦਾ। ਮੈਂ ਕਿਹਾ, ਹਿਤੇਸ਼ ਇੱਥੇ ਆ ਮੇਰੇ ਕੋਲ। ਮੈਂ ਹਿਤੇਸ਼ ਨੂੰ ਉੱਠਣ ਦਾ ਇਸ਼ਾਰਾ ਕੀਤਾ, ਪਰ ਉਹ ਸਿਰਹਾਣੇ ਤੋਂ ਉੱਠਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਫਿਰ ਅਚਾਨਕ ਮੈਂ ਉਸਦੇ ਹੱਥ ਤੋਂ ਸਿਰਹਾਣਾ ਖਿੱਚ ਲਿਆ। ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਕਿ ਸਿਰਹਾਣੇ ਦੇ ਹੇਠਾਂ ਕੁਝ ਗਹਿਣੇ ਅਤੇ ਮੇਕਅਪ ਦੀਆਂ ਚੀਜ਼ਾਂ ਪਈਆਂ ਸਨ ਅਤੇ ਨਾਲ ਹੀ ਇੱਕ ਦੁਪੱਟਾ ਵੀ ਪਿਆ ਸੀ। ਹਿਤੇਸ਼ ਇਹ ਦੇਖ ਕੇ ਸ਼ਰਮਿੰਦਾ ਹੋ ਗਿਆ। ਉਸ ਨੇ ਅੱਖਾਂ ਨੀਵੀਆਂ ਕਰ ਲਈਆਂ। ਮੈਂ ਉਸ ਨੂੰ ਕਿਹਾ, ਇਹ ਕੀ ਹੈ ਪੁੱਤਰ? ਇਹ ਕਿਸ ਨੇ ਤੈਨੂੰ ਦਿੱਤਾ ਹੈ? ਮੈਂ ਘਬਰਾ ਕੇ ਪੁੱਛਿਆ। ਉਸਨੇ ਮੈਨੂੰ ਕਿਹਾ ਕਿ ਸ਼ਾਲੂ ਆਂਟੀ ਇਹ ਚੀਜ਼ਾਂ ਮੇਰੇ ਲਈ ਲਿਆਉਂਦੀ ਹੈ।
ਮੈਂ ਕਿਹਾ, ਉਹ ਤੁਹਾਡੇ ਲਈ ਇਹ ਚੀਜ਼ਾਂ ਕਿਉਂ ਲਿਆਉਂਦੀ ਹੈ? ਮੈਂ ਹੈਰਾਨੀ ਨਾਲ ਪੁੱਛਿਆ। ਪਰ ਹਿਤੇਸ਼ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਮੈਨੂੰ ਸ਼ਾਲੂ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਆਖਰ ਬੱਚੇ ਦਾ ਮਨ ਵਿਗਾੜਨ ਦਾ ਕੀ ਮਕਸਦ ਹੈ। ਮੈਂ ਹਿਤੇਸ਼ ਨੂੰ ਛੱਡ ਕੇ ਸ਼ਾਲੂ ਦੇ ਕੁਆਟਰ ਵੱਲ ਗਈ, ਪਰ ਸ਼ਾਲੂ ਉੱਥੇ ਮੌਜੂਦ ਨਹੀਂ ਸੀ। ਜੇ ਉਹਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ। ਖੈਰ, ਉਸਨੇ ਜਾਣਾ ਕਿੱਥੇ ਸੀ? ਮੈਂ ਸਾਰਾ ਇਲਾਕਾ ਲੱਭਿਆ, ਪਰ ਸ਼ਾਲੂ ਕਿਤੇ ਨਹੀਂ ਸੀ। ਫਿਰ ਅੰਤ ਵਿੱਚ ਮੈਂ ਥੱਕ ਕੇ ਬੈਠ ਗਈ, ਪਰ ਮੇਰਾ ਗੁੱਸਾ ਅਸਮਾਨ ਨੂੰ ਛੂਹ ਰਿਹਾ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸ਼ਾਲੂ ਇੰਨੀ ਘਿਨਾਉਣੀ ਖੇਡ ਖੇਡ ਸਕਦੀ ਹੈ। ਮੈਂ ਸ਼ਾਲੂ ਨੂੰ ਹਮੇਸ਼ਾ ਨਫ਼ਰਤ ਕਰਦਾ ਸੀ। ਜੇ ਮੈਨੂੰ ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਸ਼ਾਮ ਨੂੰ ਵਿਨੋਦ ਘਰ ਆਏ ਤਾਂ ਦਰਵਾਜ਼ਾ ਖੜਕਾਇਆ। ਵਿਨੋਦ ਅੰਦਰ ਆਏ ਤੇ ਸ਼ਾਲੂ ਵੀ ਉਹਨਾਂ ਨਾਲ ਘਰ ਦੇ ਅੰਦਰ ਆ ਗਈ। ਵਿਨੋਦ ਕਾਰਨ ਮੈਂ ਸ਼ਾਲੂ ਨਾਲ ਗੱਲ ਨਹੀਂ ਕਰ ਸਕੀ। ਸ਼ਾਲੂ ਨੂੰ ਮੇਰੀ ਇੱਕ ਇਹ ਆਦਤ ਪਹਿਲਾਂ ਹੀ ਪਤਾ ਲੱਗ ਗਈ ਸੀ ਕਿ ਮੈਂ ਕਦੇ ਵੀ ਉਸ ਨੂੰ ਦੂਜਿਆਂ ਦੇ ਸਾਹਮਣੇ ਜਲੀਲ ਨਹੀਂ ਕਰਦੀ। ਇਸ ਲਈ ਮੈਂ ਚੁੱਪ ਰਹੀ। ਉਹ ਜਾਣਦੀ ਸੀ ਕਿ ਮੈਂ ਉਸ ਦਾ ਭੇਤ ਜਾਣਦੀ ਸੀ। ਹੁਣ ਸ਼ਾਲੂ ਆਪਣੇ ਕੁਆਟਰ ਵਿੱਚ ਬੰਦ ਰਹਿਣ ਲੱਗੀ। ਉਹ ਬਹੁਤਾ ਬਾਹਰ ਨਹੀਂ ਨਿਕਲਦੀ ਸੀ। ਹਿਤੇਸ਼ ਨਾਰਮਲ ਹੋ ਰਿਹਾ ਸੀ। ਮੈਂ ਉਸਦੇ ਕਮਰੇ ਵਿੱਚ ਗਈ ਅਤੇ ਉਸਦੇ ਗਹਿਣੇ ਅਤੇ ਮੇਕਅਪ ਸੁੱਟ ਦਿੱਤਾ। ਹੁਣ ਉਸਦੀ ਦੇਖਭਾਲ ਕਰਨ ਦੀ ਲੋੜ ਸੀ। ਮੈਂ ਉਸ ਨੂੰ ਆਪਣੇ ਨਾਲ ਖਵਾਉਂਦੀ ਪਾਉਂਦੀ ਅਤੇ ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ। ਵਿਨੋਦ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ, ਪਰ ਸ਼ਾਲੂ ਕਦੋਂ ਤੱਕ ਮੇਰੇ ਤੋਂ ਲੁਕਦੀ। ਇੱਕ ਦਿਨ ਉਸਨੇ ਮੈਨੂੰ ਅਸਲੀਅਤ ਦੱਸ ਹੀ ਦਿੱਤੀ। ਸ਼ਾਲੂ ਦੀ ਕਹਾਣੀ ਇਹ ਸੀ। ਮੇਰਾ ਨਾਮ ਸ਼ਾਲੂ ਹੈ। ਅਸੀਂ 2 ਭੈਣ ਭਰਾ ਸੀ। ਭਰਾ ਵਿਆਹ ਕਰਵਾ ਕੇ ਸਾਡੇ ਤੋਂ ਵਿਛੜ ਗਿਆ। ਮੈਨੂੰ ਅਤੇ ਮਾਤਾ ਜੀ ਨੂੰ ਆਪਣਾ ਪੇਟ ਭਰਨ ਲਈ ਇਸ ਬੰਗਲੇ ਵਿੱਚ ਨੌਕਰੀ ਮਿਲ ਗਈ। ਇਸ ਹਵੇਲੀ ਵਿੱਚ ਕੁਝ ਨੌਕਰਾਂ ਦੀ ਲੋੜ ਸੀ। ਜਦੋਂ ਤੋਂ ਅਸੀਂ ਇਸ ਘਰ ਵਿੱਚ ਆਏ ਸੀ, ਮੈਂ ਅਤੇ ਮੇਰੀ ਮਾਂ ਨੇ ਇਸ ਘਰ ਵਿੱਚ ਬਹੁਤ ਧਿਆਨ ਅਤੇ ਮਿਹਨਤ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਂ ਨਾਲ ਕੰਮ ਕਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਧੀ ਲਈ ਮਾਂ ਦਾ ਸਹਾਰਾ ਕਿੰਨਾ ਜ਼ਰੂਰੀ ਹੈ, ਅਤੇ ਖਾਸ ਕਰਕੇ ਪਿਤਾ ਦੀ ਮੌਤ ਤੋਂ ਬਾਅਦ। ਉਦੋਂ ਮੈਨੂੰ ਅਹਿਸਾਸ ਹੋਣ ਲੱਗਾ ਸੀ ਕਿ ਸਗਾਨੀਆਂ ਸਾਹਿਬ ਦੀਆਂ ਅੱਖਾਂ ਮੇਰੇ ਤੋਂ ਕਦੇ ਨਹੀਂ ਹਟਦੀਆਂ। ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਵਹਿਸ਼ੀਪਨ ਹੁੰਦਾ ਸੀ। ਮੈਂ ਇਹ ਸਭ ਦੇਖ ਕੇ ਡਰ ਜਾਂਦੀ ਸੀ। ਮੈਂ ਘੱਟ ਤੋਂ ਘੱਟ ਉਹਨਾਂ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਅਜਿਹਾ ਨਾ ਹੋ ਸਕਿਆ। ਮੈਂ ਕਿਸੇ ਨਾ ਕਿਸੇ ਬਹਾਨੇ ਉਸ ਦੇ ਸਾਹਮਣੇ ਆ ਜਾਂਦੀ ਸੀ। ਆਪਣੇ ਬਹੁਤੇ ਕੰਮਾਂ ਲਈ ਉਹ ਮੈਨੂੰ ਹੀ ਬੁਲਾਉਂਦੇ ਸੀ। ਉਹਨਾਂ ਦੀ ਹੌਲੀ-ਹੌਲੀ ਮੇਰੇ ਨੇੜੇ ਆਉਣ ਕਾਰਨ ਮੈਨੂੰ ਬਹੁਤ ਡਰ ਲੱਗਣ ਲੱਗਾ। ਮੈਂ ਸੋਚਦੀ ਸੀ ਕਿ ਉਹ ਮੈਨੂੰ ਇੱਕ ਦਿਨ ਜ਼ਰੂਰ ਬਰਬਾਦ ਕਰ ਦੇਵੇਗਾ। ਫਿਰ ਉਹ ਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਵਿਨੋਦ ਸਾਹਿਬ ਨੇ ਫਿਰ ਇੱਕ ਹੋਰ ਨਵਾਂ ਤਰੀਕਾ ਅਪਣਾਇਆ। ਇਹ ਤਰੀਕਾ ਲੁੱਕ ਕੇ ਵਿਆਹ ਕਰਵਾਉਣਾ ਸੀ। ਵਿਆਹ ਕਦੇ ਵੀ ਲੁੱਕ ਕੇ ਨਹੀਂ ਹੋ ਸਕਦਾ। ਮੈਡਮ ਜੀ, ਮੈਂ ਇਹ ਤਾਂ ਜਾਣਦੀ ਹਾਂ ਕਿ ਲੁੱਕ ਛਿਪ ਕੇ ਵਿਆਹ ਕਰਨਾ ਪਾਪ ਹੈ, ਅਤੇ ਜੇ ਅਸੀਂ ਦੁਨੀਆ ਦੇ ਸਾਹਮਣੇ ਵਿਆਹ ਕਰਦੇ ਹਾਂ ਤਾਂ ਹੀ ਸਾਨੂੰ ਇੱਜ਼ਤ ਮਿਲਦੀ ਹੈ, ਅਤੇ ਕਈ ਵਾਰ ਸਾਨੂੰ ਲੋਕਾਂ ਦੇ ਸਾਹਮਣਾ ਵੀ ਕਰਨਾ ਪੈਂਦਾ ਹੈ। ਸ਼ਾਇਦ ਮੈਂ ਉਸ ਸਮੇਂ ਉਸ ਨੂੰ ਸਮਝਾਇਆ ਸੀ। ਸਾਹਿਬ ਨੇ ਮੇਰੀ ਮਾਂ ਨਾਲ ਗੱਲ ਕੀਤੀ ਕਿ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹਨ, ਪਰ ਫਿਲਹਾਲ ਉਹ ਇਸ ਵਿਆਹ ਨੂੰ ਗੁਪਤ ਰੱਖਣਗੇ। ਮੇਰੀ ਮਾਂ ਇੱਕ ਸਧਾਰਨ ਅਤੇ ਚੰਗੀ ਔਰਤ ਸੀ ਜੋ ਦੁਨੀਆ ਦੇ ਊਚ ਨੀਚ ਨੂੰ ਨਹੀਂ ਸਮਝਦੀ ਸੀ। ਮੇਰੀ ਮਾਂ ਨੇ ਸਾਹਿਬ ਦੇ ਮਿੱਠੇ ਬੋਲ ਮੰਨ ਲਏ, ਪਰ ਗੱਲ ਵਿਆਹ ਦੀ ਸੀ। ਸਾਹਿਬ ਨੇ ਆਪਣਾ ਵਾਅਦਾ ਨਿਭਾਇਆ। ਫਿਰ ਸ਼ਹਿਰ ਤੋਂ ਬਾਹਰ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਘਰ ਵਿੱਚ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਮੇਰੇ ਨਾਲ ਗੁਪਤ ਵਿਆਹ ਵੀ ਕਰਵਾ ਲਿਆ। ਸਾਡੇ ਵਿਆਹ ਵਿੱਚ ਸਿਰਫ 2-3 ਬੰਦਿਆਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਮੇਰੀ ਮਾਂ ਨੂੰ ਵੀ ਵਿਆਹ ਬਾਰੇ ਪਤਾ ਨਹੀਂ ਸੀ। ਸਾਹਿਬ ਨੇ ਮੈਨੂੰ 6 ਮਹੀਨੇ ਉੱਥੇ ਰੱਖਿਆ। ਉਸ ਤੋਂ ਬਾਅਦ ਉਹ ਮੈਨੂੰ ਘਰ ਵਾਪਸ ਲੈ ਆਏ, ਸ਼ਾਇਦ ਇਸੇ ਲਈ ਕਿ ਮੇਰੀ ਇੱਥੇ ਲੋੜ ਸੀ। ਮੈਂ ਇੱਥੇ ਉਸਦੀ ਨੌਕਰਾਨੀ ਦੇ ਰੂਪ ਵਿੱਚ ਰਹਿਣ ਲੱਗੀ। ਕੁਝ ਦਿਨਾਂ ਬਾਅਦ ਜਦੋਂ ਮੈਂ ਗਰਭਵਤੀ ਹੋ ਗਈ ਤਾਂ ਸਾਹਿਬ ਦਾ ਮੇਰੇ ਪ੍ਰਤੀ ਰਵੱਈਆ ਬਦਲਣਾ ਸ਼ੁਰੂ ਹੋ ਗਿਆ। ਉਹ ਮੇਰੇ ਵਿੱਚ ਦਿਲਚਸਪੀ ਘਟਾਉਣ ਲੱਗੇ। ਭਾਵੇਂ ਪਹਿਲਾਂ ਉਹ ਪਾਗਲਾਂ ਵਾਂਗ ਮੇਰਾ ਪਿੱਛਾ ਕਰਦੇ ਸੀ, ਪਰ ਹੁਣ ਮੇਰੇ ਵੱਲ ਦੇਖਦੇ ਵੀ ਨਹੀਂ ਸੀ। ਜਦੋਂ ਮੈਂ ਇਸ ਬਾਰੇ ਉਹਨਾਂ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਮੈਂ ਚੁੱਪ ਕਿਉਂ ਰਹਿੰਦੀ? ਉਹ ਮੇਰਾ ਪਤੀ ਸਨ। ਪਰ ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਕਿੰਨੀ ਵੱਡੀ ਖੇਡ ਖੇਡੀ ਗਈ ਹੈ।
ਸਾਹਿਬ ਨੇ ਪਹਿਲਾਂ ਮੈਨੂੰ ਚੁੱਪ ਰਹਿਣ ਲਈ ਕਿਹਾ। ਮੈਂ ਚੁੱਪ ਨਹੀਂ ਰਹੀ। ਇਸ ਲਈ ਉਹਨਾਂ ਨੇ ਮੈਨੂੰ ਤਲਾਕ ਦੇਣ ਦੀ ਧਮਕੀ ਦਿੱਤੀ। ਇਸ ਤੇ ਵੀ ਜਦੋਂ ਮੈਂ ਨਹੀਂ ਰੁਕੀ ਤਾਂ ਉਸ ਨੇ ਮੈਨੂੰ ਇੱਕ ਦਿਨ 'ਚ ਤਲਾਕ ਦੇ ਦਿੱਤਾ। ਇਹ ਕਹਾਣੀ ਜਿੱਥੇ ਸੀ ਉੱਥੇ ਹੀ ਰਹੀ। ਫਿਰ ਮੈਂ ਤਲਾਕਸ਼ੁਦਾ ਔਰਤ ਬਣ ਗਈ। ਮੈਂ ਅਜਿਹਾ ਗੁਨਾਹ ਕੀਤਾ ਸੀ ਜਿਸ ਦਾ ਬੋਝ ਮੇਰੇ ਸਿਰ ਸੀ। ਉਹ ਗੁਨਾਹ ਹੈ ਤਾਂ ਨਹੀਂ ਸੀ, ਪਰ ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਗੁਨਾਹ ਹੀ ਸੀ। ਅਤੇ ਫਿਰ ਇਹ ਹੋਇਆ ਕਿ ਮੈਂ ਉਸ ਬੱਚੇ ਨੂੰ ਜਨਮ ਦਿੱਤਾ, ਪਰ ਜਿਨ੍ਹਾਂ ਹਾਲਾਤਾਂ ਵਿੱਚ ਉਸ ਬੱਚੇ ਦਾ ਜਨਮ ਹੋਇਆ ਉਸ ਕਾਰਨ ਉਹ ਬੱਚਾ ਬਚ ਨਹੀਂ ਸਕਿਆ ਅਤੇ ਇਸ ਸੰਸਾਰ ਤੋਂ ਸਦਾ ਲਈ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੇਰੇ ਦਿਲ ਵਿੱਚ ਬਦਲੇ ਦੀ ਅੱਗ ਭੜਕ ਗਈ। ਕੁਦਰਤ ਨੇ ਸਾਹਿਬ ਦੀ ਪਤਨੀ ਤੋਂ ਬਦਲਾ ਲੈ ਲਿਆ। ਉਹ ਆਪ ਤਾਂ ਇਸ ਦੁਨੀਆ ਤੋਂ ਚਲੀ ਗਈ, ਪਰ ਆਪਣੇ ਪਿੱਛੇ ਆਪਣੇ ਪਿਆਰ ਦੀ ਨਿਸ਼ਾਨੀ ਛੱਡ ਗਈ। ਜਦੋਂ ਮੈਂ ਵਿਨੋਦ ਸਾਹਿਬ ਦੇ ਬੇਟੇ ਨੂੰ ਦੇਖਦੀ ਹਾਂ, ਮੈਨੂੰ ਉਸ ਵਿੱਚ ਉਸ ਦਾ ਰੂਪ ਨਜ਼ਰ ਆਉਂਦਾ ਹੈ। ਮੈਂ ਨਹੀਂ ਚਾਹੁੰਦੀ ਕਿ ਉਹ ਵੱਡਾ ਹੋਣ ਤੇ ਔਰਤਾਂ ਦੀ ਇੱਜ਼ਤ ਖਰਾਬ ਕਰੇ। ਇਸ ਲਈ ਮੈਂ ਉਸ ਨੂੰ ਔਰਤ ਬਣਾਉਣਾ ਚਾਹੁੰਦੀ ਸਾਂ, ਉਸ ਨੂੰ ਕੈਰ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਉਹ ਬਹਾਦਰ ਨਾ ਹੋਵੇ, ਉਹ ਕਿਸੇ ਦੀ ਇੱਜ਼ਤ ਨਾਲ ਨਾ ਖੇਡ ਸਕੇ। ਤੁਸੀਂ ਦੱਸੋ ਮੈਡਮ ਜੀ, ਕੀ ਮੈਂ ਗਲਤ ਕਰ ਰਹੀ ਹਾਂ? ਮੈਂ ਉਸ ਨੂੰ ਚੂੜੀਆਂ ਤੇ ਗਹਿਣੇ ਲਿਆ ਕੇ ਦਿੰਦੀ ਕਿ ਉਹ ਉਹਨਾਂ ਨੂੰ ਪਾਵੇ ਤੇ ਉਹ ਆਪਣਾ ਸੁਭਾਅ ਔਰਤਾਂ ਵਰਗਾ ਕਰ ਲਵੇ। ਜਿਸ ਤਰ੍ਹਾਂ ਸ਼ਾਲੂ ਨੇ ਮੈਨੂੰ ਇਹ ਗੱਲ ਕਹੀ, ਮੈਨੂੰ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਲੱਗੀ। ਉਹ ਇੱਕ ਦਿਮਾਗੀ ਮਰੀਜ਼ ਬਣ ਚੁੱਕੀ ਸੀ ਤੇ ਬਣਦੀ ਵੀ ਕਿਉਂ ਨਾ। ਉਸ ਦੀ ਜ਼ਿੰਦਗੀ ਵਿੱਚ ਉਸਨੇ ਬਹੁਤ ਸਾਰੇ ਸਦਮੇ ਜੋ ਝੱਲੇ ਸੀ। ਮੈਂ ਵਿਨੋਦ ਨੂੰ ਕੁਝ ਦੱਸੇ ਬਿਨਾਂ ਹੀ ਸ਼ਾਲੂ ਦਾ ਇਲਾਜ ਸ਼ੁਰੂ ਕਰ ਦਿੱਤਾ, ਕਿਉਂਕਿ ਮੈਂ ਸ਼ਾਲੂ ਦੀ ਬਿਮਾਰੀ ਨੂੰ ਚੰਗੀ ਤਰ੍ਹਾਂ ਜਾਣ ਗਈ ਸੀ ਤੇ ਵਿਨੋਦ ਨੂੰ ਮਾਫ ਕਰ ਦਿੱਤਾ। ਹੁਣ ਸ਼ਾਲੂ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਮੈਂ ਉਸ ਦੀ ਕੋਈ ਚੰਗਾ ਘਰ ਦੇਖ ਕੇ ਵਿਆਹ ਕਰ ਦਿੱਤਾ ਤੇ ਮੇਰਾ ਬੇਟਾ ਹਿਤੇਸ਼ ਵੀ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ। ਅਸੀਂ ਵੀ ਆਪਣੀ ਜ਼ਿੰਦਗੀ ਹੱਸੀ ਖੁਸ਼ੀ ਜਿਉਂ ਰਹੇ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।